ਆਪਣੀ ਬੁੱਧ ਨਹੀਂ ਚੱਲਦੀ, ਉਹਦੇ ਵਿੱਚ ਸਾਨੂੰ ਮੰਨਣਾ ਹੀ ਪੈਣਾ ਆ। ਜ਼ਰਾ ਸੋਚ ਕੇ ਦੇਖਿਓ ਜੇ ਗੁਰੂ ਨਾਨਕ ਦੀ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਧਾਰ ਕੇ ਆਪਣੇ ਬੱਚਿਆਂ ਨੂੰ ਸਿਖਾ ਕੇ ਕਿ ਗੁਰੂ ਨਾਨਕ ਦਾ ਰਸਤਾ ਇਹ ਆ, ਅਸੀਂ ਉਹਨਾਂ ਨੂੰ ਡਿਪਰੈਸ਼ਨ ਵਰਗੀਆਂ ਚੀਜ਼ਾਂ ਤੋਂ ਬਚਾ ਸਕਦੇ ਹਾਂ। ਪਰ ਸ਼ਰਤ ਇਹ ਹੈ ਕਿ ਗੁਰੂ ਨਾਨਕ ਦੀ ਬਾਣੀ ਨੂੰ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਜਾ ਕੇ ਗੁਰੂ ਨਾਨਕ ਦੀ ਭਾਸ਼ਾ ਦੇ ਵਿੱਚ ਹੀ ਸਮਝਿਆ ਜਾ ਸਕਦਾ ਹੈ। ਗੁਰੂ ਦੇ ਸਿੱਖ ਦੇ ਲਈ ਚੋਰੀ, ਠੱਗੀ, ਝੂਠ, ਯਾਰੀ, ਹੈ ਨਾ, ਝੂਠ, ਇਹ ਸੰਭਵ ਨਹੀਂ। ਇਹਨਾਂ ਤੋਂ ਬਿਨਾਂ ਅਗਰ ਤੇਰੇ ਕੋਲ ਕੋਈ ਤਰੀਕਾ ਹੈ ਇਸ ਚੀਜ਼ ਨੂੰ ਪਾਉਣ ਦਾ ਤਾਂ ਉਹ ਸਿਰਫ ਮਿਹਨਤ ਹੈ। ਮਿਹਨਤ ਕਰਕੇ ਅਗਰ ਤਾਂ ਮੈਂ ਉਸ ਚੀਜ਼ ਤੱਕ ਪਹੁੰਚ ਗਈ, ਠੀਕ ਆ, ਅਗਰ ਨਹੀਂ ਪਹੁੰਚੀ ਤਦ ਵੀ ਮੈਨੂੰ ਸਬਰ ਕਰਨਾ ਪਊਗਾ। ਜੋ ਮੇਰੇ ਕੋਲ ਹੈ ਉਸ ਲਈ ਮੈਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ, ਜੋ ਨਹੀਂ ਹੈ ਉਸ ਦੇ ਲਈ ਮਿਹਨਤ ਕਰਨੀ ਚਾਹੀਦੀ ਆ, ਪਰ ਨਾਲ ਇਹ ਵੀ ਸੋਚ ਕੇ ਕਿ ਪਰਮਾਤਮਾ ਦੀ ਮਰਜ਼ੀ ਆ, ਕਿਉਂਕਿ ਉਹ ਸੰਤੋਖ ਮਹਿਲਾਂ ਦੇ ਵਿੱਚ ਨਹੀਂ ਆਉਣਾ, ਉਹ ਸੰਤੋਖ ਕੱਪੜਿਆਂ ਦੇ ਨਾਲ ਨਹੀਂ ਆਉਣਾ, ਉਹ ਸੰਤੋਖ ਹੀਰੇ ਜਵਾਹਰਾਤ ਕਿਸੇ ਨਾਲ ਨਹੀਂ ਆਉਣਾ, ਉਹ ਸੰਤੋਖ ਦੇਣਾ ਬਾਣੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਜਿਸ ਤਰ੍ਹਾਂ ਹਰ ਵਾਰ ਕਹਿੰਦੀ ਹਾਂ ਕਿ ਉਹੀ ਇੱਕ ਬੇਨਤੀ ਦੁਬਾਰਾ ਕਰਨਾ ਚਾਹੂੰਗੀ ਕਿ ਜਿੰਨੀਆਂ ਵੀ ਤੁਹਾਡੀਆਂ ਈਮੇਲ ਸਾਨੂੰ ਮਿਲਦੀਆਂ ਨੇ ਉਹ ਮੇਰੇ ਲਈ ਬਹੁਤ ਇੰਪੋਰਟੈਂਟ ਹੁੰਦੀਆਂ ਆ, ਕਿਉਂਕਿ ਤੁਹਾਡੀਆਂ ਈਮੇਲਸ ਦੇ ਨਾਲ ਹੀ ਮੈਨੂੰ ਪਤਾ ਲੱਗਦਾ ਕਿ ਮੈਂ ਕਿਸ ਡਾਇਰੈਕਸ਼ਨ ਵੱਲ ਜਾ ਰਹੀ ਹਾਂ, ਜਾਂ ਮੇਰਾ ਬੋਲਿਆ ਗਲਤ ਸਹੀ ਜਾਂ ਜਿਸ ਤਰੀਕੇ ਨਾਲ ਵੀ ਆਪ ਸਭ ਦੇ ਨਾਲ ਉਹ ਸਾਂਝਾ ਹੋ ਰਿਹਾ ਕਿ ਨਹੀਂ ਹੋ ਰਿਹਾ। ਇਹ 2 ਵੇ ਕਮਿਊਨੀਕੇਸ਼ਨ ਆ। ਸੋ ਆਪਣੀਆਂ ਈਮੇਲ ਸਾਨੂੰ ਜ਼ਰੂਰ ਲਿਖਦੇ ਰਹੋ। ਪਿਛਲੇ ਜਿਹੜੇ ਆਪਾਂ ਐਪੀਸੋਡ ਕਰ ਰਹੇ ਹਾਂ ਇਹਨਾਂ ਦੇ ਵਿੱਚ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਦਾ ਆਸਰਾ ਲੈ ਕੇ ਉਹਨਾਂ ਕੋਲੋਂ ਜਿਹੜੇ ਉਹਨਾਂ ਨੇ ਸਿੱਖ ਧਰਮ ਲਈ ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ, ਜੋ ਧਰਮ ਹੈ ਉਸ ਦੇ ਲਈ, ਸਿੱਖਾਂ ਦੇ ਲਈ ਇੱਕ ਜਿਹੜੇ ਰੂਲਸ ਦਿੱਤੇ ਨੇ ਉਹਨਾਂ ਰੂਲਸ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਜੀਵਨ ਕਾਲ ਦੇ ਵਿੱਚ ਜੋ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ, ਉਹਨਾਂ ਘਟਨਾਵਾਂ ਦੇ ਜ਼ਰੀਏ ਜਿਸ ਤਰੀਕੇ ਦੇ ਉਹ ਮੈਸੇਜਿਸ ਸਾਨੂੰ ਦੇ ਰਹੇ ਨੇ, ਉਹਨਾਂ ਮੈਸੇਜਿਸ ਦੇ ਵਿੱਚ ਸਾਡੇ ਲਈ ਕਿਹੜੇ-ਕਿਹੜੇ ਰੂਲਸ ਨੇ। ਪਿਛਲੇ ਕੁਝ ਐਪੀਸੋਡਸ ਦੇ ਵਿੱਚ ਗੱਲ ਕਰਦੇ ਹਾਂ ਆਪਾਂ ਸਭ ਤੋਂ ਪਹਿਲਾਂ ਤੇ ਵਿਵੇਕ ਜਿਹੜਾ ਇੱਕ ਰੂਲ ਆ, ਜਿਹੜਾ ਇੱਕ ਬੇਸਲਾਈਨ ਰੂਲ ਆ, ਉਹ ਸਮਝਿਆ ਸੀਗਾ। ਉਸ ਤੋਂ ਬਾਅਦ ਅਸੀਂ ਜਿਹੜੀ ਉਹਨਾਂ ਦੀ ਜਨੇਊ ਪਾਉਣ ਵਾਲੀ ਜਿਹੜਾ ਉਹ ਪੂਰੀ ਰੀਤ ਹੋਈ ਜਿਹਦੇ ਵਿੱਚ ਗੁਰੂ ਪਾਤਸ਼ਾਹ ਮਨਾ ਕਰ ਦਿੰਦੇ ਆ ਕਿ ਮੈਂ ਜਨੇਊ ਨਹੀਂ ਪਾਉਣਾ, ਉਸ ਰੀਤ ਦੇ ਵਿੱਚ ਉਹਨਾਂ ਨੇ ਸਾਨੂੰ ਜਿਹੜੇ ਰੂਲ ਦਿੱਤੇ ਆਪਾਂ ਉਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਜਿਨ੍ਹਾਂ ਵਿੱਚ ਜਿਹੜਾ ਪਹਿਲਾ ਰੂਲ ਸੀ ਉਹ ਦਇਆ ਦੀ ਗੱਲ ਹੋਈ ਆ। ਆਪਾਂ ਇਹ ਕਰ ਚੁੱਕੇ, ਜੈਂਡਰ ਇਕੁਐਲਿਟੀ ਦੀ ਗੱਲ ਆਪਾਂ ਕਰ ਚੁੱਕੇ, ਰਾਦਰ ਹਰ ਤਰ੍ਹਾਂ ਦੀ ਇਕੁਐਲਿਟੀ ਦੀ ਗੱਲ ਜਿਹੜੀ ਆ ਉਹਦੇ ਵਿੱਚ ਸਾਹਮਣੇ ਆਉਂਦੀ ਆ, ਕਿਉਂਕਿ ਸਿਰਫ ਜੈਂਡਰ ਦੀ ਨਹੀਂ, ਕਾਸਟ ਦੇ ਵਿੱਚ ਵੀ ਜਿਹੜੀ ਉਹਨਾਂ ਦੀ ਇੱਕ ਉਸ ਵੇਲੇ ਜੋ ਇੱਕ ਡਿਸਪ੍ਰਪੋਰਸ਼ਨੇਟ ਜਾਂ ਕਹਿ ਲਈਏ ਕਿ ਇੱਕ ਇਨਇਕੁਐਲਿਟੀ ਚੱਲ ਰਹੀ ਸੀਗੀ, ਉਹਦੇ ਵਾਸਤੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇੱਕ ਨਿਯਮ ਦੇ ਦਿੱਤਾ ਕਿ ਗੁਰੂ ਦਾ ਸਿੱਖ, ਗੁਰੂ ਨਾਨਕ ਦਾ ਸਿੱਖ ਕਿਸੇ ਤਰ੍ਹਾਂ ਦੀ ਵੀ ਮੇਰ ਤੇਰ, ਤੇਰਾ ਮੇਰਾ ਜਾਂ ਉੱਚਾ ਨੀਚਾ ਇਹਦੇ ਵਿੱਚ ਨਹੀਂ ਪੈ ਸਕਦਾ। ਇਹ ਸਾਡਾ ਰੂਲ ਆ ਇਹ। ਔਰ ਜਦੋਂ ਆਪਾਂ ਰੂਲ ਕਹਿੰਦੇ ਹਾਂ, ਜਦੋਂ ਆਪਾਂ ਹੁਕਮ ਕਹਿੰਦੇ ਹਾਂ, ਤਾਂ ਉਹ ਸਮਝਣਾ ਪਊਗਾ ਕਿ ਹੁਕਮ ਜਿਹੜਾ ਹੁੰਦਾ ਆ ਉਹ ਕਦੀ ਵੀ ਰਿਕੁਐਸਟ ਨਹੀਂ ਹੁੰਦਾ। ਰਿਕੁਐਸਟ ਵਿੱਚ ਤੁਸੀਂ ਮੰਨਣਾ ਜਾਂ ਨਾ ਮੰਨਣਾ ਤੁਹਾਡੀ ਮਰਜ਼ੀ ਹੋ ਸਕਦੀ ਆ, ਪਰ ਜਿੱਥੇ ਗੱਲ ਹੁਕਮ ਆ ਗਈ, ਜਿੱਥੇ ਗੁਰੂ ਦਾ ਹੁਕਮ ਹੋ ਗਿਆ, ਉਹਦੇ ਵਿੱਚ ਸਾਡੀ ਆਪਣੀ ਬੁੱਧ ਨਹੀਂ ਚੱਲਦੀ, ਉਹਦੇ ਵਿੱਚ ਸਾਨੂੰ ਮੰਨਣਾ ਹੀ ਪੈਣਾ ਆ। ਸੋ ਇਹ ਆਪਾਂ ਹਜੇ ਤੱਕ ਗੱਲ ਕਰ ਚੁੱਕੇ ਹਾਂ। ਜਿਹੜਾ ਆਪਾਂ ਦਇਆ ਦੀ ਗੱਲ ਪਿਛਲੀ ਵਾਰੀ ਆਪਾਂ ਕੀਤੀ ਸੀਗੀ ਅਤੇ ਉਹ ਅਸੀਂ ਇਸ ਪੁਆਇੰਟ ਦੇ ਉੱਪਰ ਆ ਕੇ ਆਪਾਂ ਛੱਡਿਆ ਸੀਗਾ ਕਿ ਆਪਾਂ ਸਾਰੇ ਜਿਹੜੀ ਇੱਕ ਡਾਇਰੀ ਲਗਾ ਕੇ ਆਪਾਂ ਦੇਖਦੇ ਜਾਈਏ ਕਿ ਅਸੀਂ ਕਿੰਨੀ ਵਾਰੀ ਆਪਣੇ ਗੁਰੂ ਦੇ ਹੁਕਮ ਤੋਂ ਮੁਨਕਰ ਹੁੰਦੇ ਹਾਂ, ਅਸੀਂ ਕਿੰਨੀ ਵਾਰੀ ਆਪਣੇ ਗੁਰੂ ਦਾ ਜਿਹੜਾ ਰਸਤਾ ਹੈ, ਜੋ ਉਹਨਾਂ ਨੇ ਸਾਡੇ ਲਈ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਆ, ਜੋ ਧਰਮ ਦਾ ਰਸਤਾ ਜਿਹੜਾ ਉਹਨਾਂ ਨੇ ਸਾਨੂੰ ਫਾਰਮੂਲੇਟ ਕਰਕੇ ਦਿੱਤਾ, ਜੋ ਸਟਰਕਚਰ ਬਣਾ ਕੇ ਦਿੱਤਾ, ਅਸੀਂ ਉਸ ਸਟਰਕਚਰ ਤੋਂ ਕਿੰਨੀ ਵਾਰੀ ਇਨਕਾਰੀ ਹੋਏ ਹਾਂ। ਉਹਦੇ ਵਾਸਤੇ ਮੈਂ ਆਪ ਸਭ ਨੂੰ ਬੇਨਤੀ ਕੀਤੀ ਸੀਗੀ ਕਿ ਆਪਾਂ ਇੱਕ ਡਾਇਰੀ ਲਾਈਏ ਅਤੇ ਉਹਦੇ ਵਿੱਚ ਆਪਾਂ ਲਿਖਦੇ ਜਾਇਆ ਕਰੀਏ ਸਵੈ ਪੜਚੋਲ ਦੇ ਨਾਲ, ਹੈ ਨਾ, ਆਪਣੇ ਅੰਦਰ ਝਾਕ ਕੇ ਕਿ ਕਿੰਨੀ ਵਾਰੀ ਅਸੀਂ ਜੈਂਡਰ ਇਕੁਐਲਿਟੀ ਤੋਂ ਬਾਹਰ ਗਏ ਹਾਂ, ਕਿੰਨੀ ਵਾਰੀ ਅਸੀਂ ਹੋਰ ਤਰੀਕੇ ਦੀ ਕਿਸੇ ਇਨਇਕੁਐਲਿਟੀ ਦਾ ਸਮਰਥਨ ਕੀਤਾ ਆ, ਹੈ ਨਾ, ਜਾਂ ਆਪਾਂ ਕਿੰਨੀ ਵਾਰੀ ਦਇਆ ਜਿਹੜੀ ਆ ਉਹ ਸਾਡੇ ਅੰਦਰ ਨਹੀਂ ਆਈ। ਪਿਛਲੀ ਵਾਰੀ ਜਿਹੜੀ ਆਪਾਂ ਜਿੱਥੇ ਗੱਲ ਖ਼ਤਮ ਕੀਤੀ ਸੀਗੀ, ਮੈਂ ਉਹਨੂੰ ਇੱਕ ਥੋੜ੍ਹਾ ਜਿਹਾ ਰੀਕੈਪ ਦੇ ਦਿੰਦੀ ਹਾਂ ਕਿ ਜਿਹੜੀ ਦਇਆ ਹੈ ਉਹ ਸਟੈਪ ਬਾਏ ਸਟੈਪ
ਆਉਂਦੀ ਆ। ਤਾਂ ਫਸਟ ਸਟੈਪ ਜਿਹੜਾ ਹੈਗਾ ਉਹ ਆ ਕਿ ਸਾਨੂੰ ਕਿਸੇ ਦੀ ਪੀੜ ਦਾ ਅੰਦਾਜ਼ਾ ਤਾਂ ਹੋਵੇ, ਸਾਨੂੰ ਪਤਾ ਤਾਂ ਹੋਵੇ ਕਿ ਕੋਈ ਦਰਦ ਵਿੱਚ ਆ ਜਾਂ ਕਿਸੇ ਨੂੰ ਕੋਈ ਜ਼ਰੂਰਤ ਆ। ਦੂਸਰੀ ਗੱਲ, ਜਦੋਂ ਸਾਨੂੰ ਪਤਾ ਲੱਗ ਗਿਆ ਕਿ ਕੋਈ ਦਰਦ ਵਿੱਚ ਹੈ, ਤਾਂ ਫਿਰ ਉਸ ਦਰਦ ਦੇ ਨਾਲ ਸਾਡੀ ਇੱਕ ਇਮੋਸ਼ਨਲ ਜਰਨੀ ਜਿਹੜੀ ਆ, ਇੱਕ ਇਮੋਸ਼ਨਲ ਸਫਰਿੰਗ ਸਾਡੀ ਵੀ ਜੁੜ ਜਾਣੀ ਚਾਹੀਦੀ ਆ। ਸਾਨੂੰ ਉਹਦਾ ਜਿਹੜਾ ਦਰਦ ਹੈ ਉਹ ਮਹਿਸੂਸ ਹੋਵੇ। ਉਸ ਤੋਂ ਅਗਲਾ ਸਟੈਪ, ਕਿਉਂਕਿ ਜਦੋਂ ਤੱਕ ਸਾਨੂੰ ਉਹਦਾ ਦਰਦ ਮਹਿਸੂਸ ਨਹੀਂ ਹੁੰਦਾ ਨਾ, ਤਦ ਤੱਕ ਸਾਨੂੰ ਲੱਗੂਗਾ ਕਿ ਉਹ ਉਸ ਬੰਦੇ ਦਾ ਹੀ ਦਰਦ ਹੈ। ਅਤੇ ਜਦੋਂ ਕੋਈ ਦਰਦ ਸਿਰਫ ਕਿਸੇ ਬੰਦੇ ਦਾ ਹੀ ਹੁੰਦਾ, ਫਿਰ ਉਹ ਸਿਰਫ ਹਾਸੇ ਦਾ ਪਾਤਰ ਹੁੰਦਾ ਆ ਜਾਂ ਗੱਲਾਂ ਦਾ ਪਾਤਰ ਹੁੰਦਾ ਆ, ਉਸ ਤੋਂ ਵੱਧ ਕੁਛ ਨਹੀਂ ਹੁੰਦਾ। ਤਾਂ ਦਇਆ ਦੇ ਵਿੱਚ ਜਦੋਂ ਆਪਾਂ ਦਇਆ ਦੀ ਗੱਲ ਕਰਨੀ ਆ, ਤਾਂ ਸਭ ਤੋਂ ਪਹਿਲੀ ਗੱਲ ਕਿ ਸਾਨੂੰ ਅਗਲੇ ਬੰਦੇ ਦੀ ਪੋਜੀਸ਼ਨ ਕੀ ਆ ਉਹਦਾ ਅੰਦਾਜ਼ਾ ਹੋਵੇ। ਫਿਰ ਅਸੀਂ ਉਸ ਬੰਦੇ ਦੀ ਜਗ੍ਹਾ ਦੇ ਉੱਤੇ ਹੋ ਕੇ ਆਪਣੇ ਆਪ ਨੂੰ ਸਮਝ ਸਕਦੇ ਹੋਈਏ ਕਿ ਜੇ ਇਹਦੀ ਥਾਂ ਮੈਂ ਹੋਵਾਂ ਤੇ, ਔਰ ਨਾ ਸਿਰਫ ਇਹ ਨਾ, ਸਗੋਂ ਉਸ ਜਗ੍ਹਾ ਦੇ ਉੱਤੇ ਖੜ੍ਹੇ ਹੋ ਕੇ ਉਸ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਬਾਰੇ ਵੀ ਸੋਚੀਏ ਔਰ ਅਖੀਰ ਦੇ ਉੱਪਰ ਉਹਦੇ ਹੱਲ ਵੱਲ ਵਧੀਏ। ਇਹ ਦਇਆ ਦੀ ਗੱਲ ਸੀਗੀ। ਔਰ ਇਹਦੇ ਅੰਡਰ ਹੀ ਜਦੋਂ ਅਸੀਂ ਆਪਾਂ ਪਰਮਾਤਮਾ ਕੋਲ ਜਾਂ ਗੁਰੂ ਕੋਲ ਆਪਣੀ ਇੱਕ ਫਰਿਆਦ ਲੈ ਕੇ ਜਾਂਦੇ ਹਾਂ, ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਹੁਣ ਇਹ ਜਿਹੜੀ ਜਦੋਂ ਆਪਾਂ ਦਇਆ ਪਰਮਾਤਮਾ ਦੇ ਕੋਲੋਂ ਉਮੀਦ ਰੱਖਦੇ ਹਾਂ ਕਿ ਉਹ ਸਾਡੇ ਉੱਤੇ ਦਇਆ ਕਰਕੇ, ਹੁਣ ਇਹਦੇ ਵਿੱਚ ਗੁਰਬਾਣੀ ਜਿਹੜੇ ਡੁੱਬਦੇ ਪੱਥਰਾਂ ਦੀ ਗੱਲ ਕਰ ਰਹੀ ਆ, ਉਹ ਹੋਰ ਡੁੱਬਦੇ ਪੱਥਰ ਨੇ। ਉਹ ਲੋਕ ਜਾਂ ਉਹ ਮਨ ਜਾਂ ਉਹ ਆਤਮਾਵਾਂ ਜੋ ਅਸੀਂ ਤਕਰੀਬਨ ਆਪਾਂ ਸਾਰੇ ਹੀ ਜੋ ਮਾਇਆ ਦੇ ਜੰਜਾਲ ਦੇ ਵਿੱਚ ਫਸ ਕੇ ਅਤੇ ਗਲਤਾਨ ਹੋ ਚੁੱਕੇ ਹਾਂ, ਹੈ ਨਾ, ਉਹ ਉਹਨਾਂ ਪੱਥਰਾਂ ਨੂੰ ਤਾਰਨ ਦੀ ਗੱਲ ਕਰਦੇ ਕਿ ਦਇਆ ਕਰੋ ਕੁਛ ਮਿਹਰ ਪਾਵੋ। ਪਰ ਆਪਾਂ ਅਗਰ ਇਹਨੂੰ ਇੱਕ ਨੋਰਮਲ ਹਿਊਮਨ ਲਾਈਫ ਦੇ ਨਾਲ ਵੀ ਦੇਖੀਏ ਨਾ, ਅਗਰ ਇਹਨੂੰ ਆਪਾਂ ਅਧਿਆਤਮ ਦੇ ਰਸਤੇ ਤੋਂ ਥੋੜ੍ਹਾ ਜਿਹਾ ਸਾਈਡ 'ਤੇ ਹੋ ਕੇ ਦੇਖੀਏ, ਤਦ ਵੀ ਅਸੀਂ ਜਦੋਂ ਵੀ ਕਿਸੇ ਨਾ ਕਿਸੇ ਪ੍ਰੋਬਲਮ ਦੇ ਵਿੱਚ ਘਿਰਦੇ ਹਾਂ, ਤਾਂ ਆਪਾਂ ਹਮੇਸ਼ਾ ਪਰਮਾਤਮਾ ਨੂੰ ਜਿਸ ਵੀ ਰੂਪ ਦੇ ਵਿੱਚ ਆਪਾਂ ਜਾਣਦੇ ਹੋਈਏ, ਉਸ ਰੂਪ ਦੇ ਵਿੱਚ ਆਪਾਂ ਉਹਨੂੰ ਪੁਕਾਰਦੇ ਹਾਂ ਔਰ ਆਪਾਂ ਕਹਿੰਦੇ ਹਾਂ ਕਿ ਤੂੰ ਸਾਡੀ ਮਦਦ ਕਰ, ਤੂੰ ਦਇਆ ਕਰ, ਹੈ ਨਾ। ਜਦੋਂ ਅਸੀਂ ਗੁਰੂ ਜਾਂ ਆਪਣੇ ਪਰਮਾਤਮਾ ਕੋਲੋਂ ਦਇਆ ਦੀ ਉਮੀਦ ਰੱਖਦੇ ਹਾਂ, ਤਾਂ ਫਿਰ ਅਸੀਂ ਆਪਣੇ ਫੈਲੋ ਜਿਹੜੇ ਸਿਟੀਜ਼ਨਸ ਨੇ ਜਾਂ ਜਿਹੜੇ ਸਾਡੇ ਗਵਾਂਢ ਵਿੱਚ ਰਹਿੰਦੇ ਨੇ, ਜਿਹੜੇ ਸਾਡੇ ਆਪਣੇ ਫੈਮਿਲੀ ਦਾ ਹਿੱਸਾ ਬੇਸ਼ੱਕ ਨਹੀਂ, ਮਤਲਬ ਬਲੱਡ ਲਾਈਨ ਦਾ ਹਿੱਸਾ ਨਹੀਂ, ਪਰ ਉਹਨੂੰ ਅਸੀਂ ਇੱਕ ਪੂਰੇ ਯੂਨੀਵਰਸ ਨੂੰ ਅਸੀਂ ਆਪਣੀ ਇੱਕ ਫੈਮਿਲੀ ਦਾ ਹਿੱਸਾ ਕਿਉਂ ਨਹੀਂ ਮੰਨ ਸਕਦੇ? ਅਸੀਂ ਕਿਉਂ ਨਹੀਂ ਇੱਕ ਦੂਜੇ ਦੇ ਉੱਤੇ ਜਿਹੜਾ ਇੱਕ ਕੰਪੈਸ਼ਨ ਦਾ ਭਾਵ ਆ ਉਹ ਲੈ ਕੇ ਆ ਸਕਦੇ? ਜ਼ਰਾ ਸੋਚ ਕੇ ਦੇਖਿਓ ਜੇ ਅਸੀਂ ਗੁਰੂ ਨਾਨਕ ਦੇ ਇਹਨਾਂ ਰੂਲਸ ਦੇ ਉੱਪਰ ਚੱਲ ਲਏ ਹੁੰਦੇ ਔਰ ਦੁਨੀਆ ਦੇ ਵਿੱਚ ਇਹਨਾਂ ਰੂਲਸ ਨੂੰ ਅਸੀਂ ਲੋਕਾਂ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋ ਗਏ ਹੁੰਦੇ ਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੀ ਨੇ, ਤਾਂ ਮੈਂ ਇਸ ਗੱਲ ਦੀ ਮੈਨੂੰ ਪੂਰਾ ਯਕੀਨ ਆ, ਇਹ ਗਾਰੰਟੀ ਆ ਕਿ ਲੋਕ ਇਸ ਸਮੇਂ ਦੇ ਉੱਤੇ ਮੈਜੋਰਿਟੀ ਆਫ ਜਿਹੜੇ ਲੋਕ ਨੇ ਉਹ ਜਿਹੜੀ ਗੁਰੂ ਨਾਨਕ ਦੀ ਫਿਲੋਸਫੀ ਨੂੰ ਅੱਗੇ ਲੈ ਕੇ ਚੱਲ ਰਹੇ ਹੁੰਦੇ। ਔਰ ਅਗਰ ਗੁਰੂ ਨਾਨਕ ਦੀ ਫਿਲੋਸਫੀ ਨੂੰ ਅੱਗੇ ਰੱਖ ਲਿਆ ਜਾਂਦਾ, ਤਾਂ ਜਿਸ ਹਾਲਾਤ ਦੇ ਵਿੱਚ ਦੁਨੀਆ ਅੱਜ ਹੈ, ਉਸ ਹਾਲਾਤ 'ਚ ਹੋਣੀ ਨਹੀਂ ਸੀ। ਕਿਉਂਕਿ ਗੁਰੂ ਨਾਨਕ ਦਾ ਜਿਹੜਾ ਇੱਕ, ਜਿਹਨੂੰ ਆਪਾਂ ਸਰਬ ਸਾਂਝੀਵਾਲਤਾ ਕਹਿ ਦਿੰਦੇ ਹਾਂ ਨਾ, ਉਹ ਸਰਬ ਸਾਂਝੀਵਾਲਤਾ ਕੀ ਆ, ਉਹਨੂੰ ਸਮਝਣਾ ਬੜਾ ਜ਼ਰੂਰੀ ਸੀ। ਸੋ ਆਪਾਂ ਗੱਲ ਇੱਥੇ ਦਇਆ ਦੇ ਉੱਤੇ ਖ਼ਤਮ ਕੀਤੀ ਸੀਗੀ ਪਿਛਲੇ ਐਪੀਸੋਡ ਦੇ ਵਿੱਚ। ਔਰ ਮੈਨੂੰ ਉਮੀਦ ਆ ਕਿ ਤੁਸੀਂ ਸਾਰਿਆਂ ਨੇ, ਮੈਂ ਵੀ ਇਹ ਕੰਮ ਕੀਤਾ, ਤੁਸੀਂ ਵੀ ਕੀਤਾ। ਔਰ ਬਹੁਤ ਵਾਰੀ ਮੈਂ ਭਟਕੀ ਹਾਂ, ਬਹੁਤ ਵਾਰੀ ਮੈਂ ਕਈ ਵਾਰੀ ਲਿਖਣਾ ਵੀ ਭੁੱਲ ਗਈ ਵਿੱਚ ਕਿ ਮੈਂ ਅੱਜ ਫਿਰ ਮੇਰੇ ਦਿਮਾਗ 'ਚ ਆਇਆ, ਨਹੀਂ ਇਹ ਮੇਰੀ ਪ੍ਰੋਬਲਮ ਨਹੀਂ, ਇਹ ਤਾਂ ਕਿਸੇ ਹੋਰ ਦੀ ਪ੍ਰੋਬਲਮ ਆ। ਤਾਂ ਇਹ ਆਪਾਂ ਸਾਰਿਆਂ ਨੇ ਆਪਣੇ ਆਪ ਨੂੰ ਘੋਖਦੇ ਰਹੀਏ, ਕਿਉਂਕਿ ਜਿੰਨਾ ਚਿਰ ਆਪਾਂ ਸਮਝਦੇ ਨਹੀਂ ਨਾ ਕਿ ਸਾਡੇ 'ਚ ਗਲਤੀਆਂ ਕਿੱਥੇ ਆ, ਉਹਨਾਂ ਚਿਰ ਤੱਕ ਉਹਨਾਂ ਨੂੰ ਸੁਧਾਰਨ ਦਾ ਮੌਕਾ ਨਹੀਂ ਮਿਲਣਾ। ਜਦੋਂ ਤੱਕ ਸਾਨੂੰ ਇਹ ਲੱਗਦਾ ਰਿਹਾ ਕਿ ਵੀ ਆ ਪਰਫੈਕਟ, ਸਾਡੇ ਵਰਗਾ ਤਾਂ ਬੰਦਾ ਹੀ ਕੋਈ ਨਹੀਂ ਦੁਨੀਆ ਦੇ ਉੱਤੇ ਹੋਇਆ, ਉਦੋਂ ਤੱਕ ਸਹੀ ਹੋਣ ਵਾਲਾ ਆਪਾਂ ਤੁਰ ਨਹੀਂ ਸਕਦੇ। ਖੈਰ, ਆਪਾਂ ਅੱਗੇ ਚੱਲੀਏ ਤਾਂ ਅਗਲਾ ਜਿਹੜਾ ਨਿਯਮ ਗੁਰੂ ਨਾਨਕ ਪਾਤਸ਼ਾਹ ਦਿੰਦੇ ਨੇ, ਉਸੇ ਜਨੇਊ ਦੀ ਵਿਧੀ ਦੇ ਵਿੱਚ ਜਦੋਂ ਉਹ ਕਹਿੰਦੇ ਨੇ ਕਿ ਕੈਸਾ ਜਨੇਊ ਹੋਣਾ ਚਾਹੀਦਾ, ਤਾਂ ਫਿਰ ਜਦੋਂ ਉਹ ਸਾਨੂੰ ਦੱਸਦੇ ਨੇ ਦਇਆ ਕਪਾ ਸੰਤੋਖ ਸੂਤ, ਤਾਂ ਅਗਲਾ ਜਿਹੜਾ ਨਿਯਮ ਹੈ ਉਹ ਸੰਤੋਖ ਦਾ, ਕਿ ਸੰਤੋਖ ਹੋਣਾ ਚਾਹੀਦਾ। ਹੁਣ ਸੰਤੋਖ ਹੈ ਕੀ, ਸਾਨੂੰ ਇਹ ਸਮਝਣਾ ਵੀ ਜ਼ਰੂਰੀ ਆ ਕਿ ਸੰਤੋਖ ਕੀ ਆ। ਤਾਂ ਇੰਗਲਿਸ਼ ਟਰਾਂਸਲੇਸ਼ਨ ਅਗਰ ਆਪਾਂ ਦੇਖੀਏ ਤਾਂ ਇਹਨੂੰ ਆਪਾਂ ਕੰਟੈਂਟਮੈਂਟ ਕਹਿ ਸਕਦੇ ਹਾਂ। ਹਾਊਐਵਰ ਮੈਂ ਬੜੀ ਵਾਰੀ ਇਹ ਗੱਲ ਬੋਲ ਚੁੱਕੀ ਔਰ ਮੈਂ ਇਸ ਗੱਲ ਦੇ ਵਿੱਚ ਬਿਲਕੁਲ ਮੈਂ ਮੰਨਦੀ ਹਾਂ। ਅਗਰ ਤੁਹਾਡੇ 'ਚੋਂ ਕੋਈ ਨਾ ਮੰਨਦਾ ਹੋਵੇ ਤਾਂ ਨੋ ਪ੍ਰੋਬਲਮ, ਹਰ ਬੰਦੇ ਦਾ ਆਪਣਾ ਇੱਕ ਪਰਸਪੈਕਟਿਵ ਹੁੰਦਾ। ਬਟ ਮੈਂ ਇਹ ਮੰਨਦੀ ਹਾਂ ਕਿ ਹਰ ਇੱਕ ਵਰਡ ਜਿਹੜਾ ਉਹ ਫੁੱਲੀ ਟਰਾਂਸਲੇਟੇਬਲ ਨਹੀਂ ਹੁੰਦਾ। ਹਰ ਇੱਕ ਅੱਖਰ ਦੇ ਵਿੱਚ ਜਦੋਂ ਆਪਾਂ ਉਹਨੂੰ ਟਰਾਂਸਲੇਟ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਗੜਬੜ ਰਹਿ ਜਾਂਦੀ ਆ। ਤਾਂ ਹੀ ਗੁਰਮੁਖੀ ਸਿੱਖਣਾ ਬੇਹੱਦ ਜ਼ਰੂਰੀ ਆ ਗੁਰਬਾਣੀ ਨੂੰ ਸਿੱਖਣ ਦੇ ਲਈ, ਗੁਰਬਾਣੀ ਨੂੰ ਸਮਝਣ ਦੇ ਲਈ। ਸੋ ਲੇਕਿਨ ਆਪਾਂ ਜਦੋਂ ਸੰਤੋਖ ਦਾ ਜਿਹੜਾ ਇੱਕ ਨੀਅਰ ਪੋਸੀਬਲ
ट्रांसलेटेबल वर्ड अगर आप देखिए तो वो बनता कंटेंटमेंट। हुण कंटेंटमेंट की आ, इट इज़ एन इमोशनल स्टेट ऑफ सैटिस्फैक्शन, है ना। ये एक स्टेट ऑफ सैटिस्फैक्शन है ना, इमोशनल स्टेट आ। हुण जिन्नियां भी आपां दया की गल कर रहे हैं या आपां संतोख की गल कर रहे हैं या जत और सत की गल करांगे, सारियां इमोशनल स्टेट्स आ, मैंटल स्टेट्स आ। ਇਹਨੂੰ ਆਪਾਂ ਧਿਆਨ ਨਾਲ ਸਮਝੀਏ ਕਿ ਜਿਹੜੀਆਂ ਅੱਜ ਸਾਡੇ ਵਿੱਚ ਪ੍ਰੋਬਲਮਸ ਆ ਰਹੀਆਂ, ਜਿਹੜੇ ਸਾਡੇ ਯੰਗਸਟਰਸ ਦੇ ਵਿੱਚ ਵੀ ਪ੍ਰੋਬਲਮਸ ਆ ਰਹੀਆਂ ਡਿਪਰੈਸ਼ਨ ਨੂੰ ਲੈ ਕੇ, ਬਹੁਤ ਸਾਰੇ ਘਰਾਂ ਦੀਆਂ ਗੱਲਾਂ ਹੁੰਦੀਆਂ ਆ ਜਿੱਥੇ ਮੈਂ ਕਈਆਂ ਲੋਕਾਂ ਨੂੰ ਮਿਲਿਆ ਕਿ ਮੈਂ ਮਿਲ ਕੇ ਸੁਣਿਆ ਉਹਨਾਂ ਕੋਲੋਂ ਕਿ ਉਹਨਾਂ ਦਾ ਇੱਕ ਜਵਾਨ ਜਹਾਨ ਬੇਟਾ ਜਾਂ ਬੇਟੀ ਜਿਹਨੂੰ ਕੋਈ ਪ੍ਰੋਬਲਮ ਨਹੀਂ ਸੀ, ਜਿਹੜਾ ਇੱਕ ਬੜੀ ਵਧੀਆ ਜੋਬ ਵੀ ਕਰਦਾ ਸੀ, ਫਿਰ ਜਾ ਕੇ ਕਿਤੇ ਸੁਸਾਈਡ ਕਰ ਲੈਂਦਾ ਆ। ਜਾਂ ਕਿਸੇ ਦਾ ਬੱਚਾ ਜਿਹੜਾ ਉਹ ਆਪਣੇ ਕਮਰੇ 'ਚੋਂ ਹੀ ਬਾਹਰ ਨਹੀਂ ਨਿਕਲਦਾ। ਉਹ ਸਾਰੀਆਂ ਹੀ ਗੱਲਾਂ ਜਿਹੜੀਆਂ ਕਿਤੇ ਨਾ ਕਿਤੇ ਮੈਂਟਲ ਹੈਲਥ ਦੇ ਨਾਲ ਰਿਲੇਟਡ ਆ। ਹੁਣ ਮੈਂਟਲ ਹੈਲਥ ਜਿਹੜਾ ਨਾ ਅੱਜ ਟੌਪਿਕ ਆਪਾਂ ਦੇਖ ਰਹੇ ਹਾਂ ਕਿ ਮੈਂਟਲ ਹੈਲਥ, ਅੱਜ ਇਹਦੇ ਉੱਤੇ ਡਿਸਕਸ਼ਨਸ ਹੋ ਰਹੀਆਂ ਓਪਨ ਪਲੈਟਫਾਰਮਸ ਉੱਪਰ। ਆਪਾਂ ਗੁਰੂ ਨਾਨਕ ਦੇ ਮਾਰਗ ਦੇ ਵਿੱਚ ਦੇਖੀਏ ਤਾਂ ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਨਾਨਕ ਦੇ ਘਰ ਨੇ ਮੈਂਟਲ ਹੈਲਥ ਨੂੰ ਬਹੁਤ ਪਹਿਲਾਂ ਸੋਲਵ ਕਰਤਾ ਸੀਗਾ। ਮੈਂਟਲ ਹੈਲਥ ਦੇ ਜਿਹੜੇ ਆਈਡੀਆਜ਼ ਨੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੇ ਬਹੁਤ ਪਹਿਲਾਂ ਉਹਨਾਂ ਦੇ ਨਾਲ ਟੈਕਲ ਕਰ ਲਿਆ ਸੀ, ਡੀਲ ਕਰ ਲਿਆ ਸੀ ਔਰ ਰਸਤੇ ਦੱਸ ਦਿੱਤੇ ਸੀਗੇ ਕਿ ਮੈਂਟਲ ਹੈਲਥ ਦੀ ਜਿਹੜੀ ਮੈਂਟਲ ਵੈਲਬੀਇੰਗ ਆ ਉਹਨੂੰ ਕਿੱਦਾਂ ਰੱਖਣਾ ਆ, ਕਿੱਦਾਂ ਉਹਨੂੰ ਪੋਜ਼ੀਟਿਵ ਫਰੇਮ ਦੇ ਵਿੱਚ ਰੱਖਣਾ ਆ, ਕਿੱਦਾਂ ਡਿਪਰੈਸ਼ਨ ਵਰਗੀਆਂ ਚੀਜ਼ਾਂ ਤੋਂ ਨਿਕਲਣਾ। ਹੁਣ ਬੇਸ਼ੱਕ ਡਿਪਰੈਸ਼ਨ ਦਾ ਵਰਡ ਨਹੀਂ ਆ ਸਕਦਾ ਕਿਉਂਕਿ ਫਿਰ ਉਹੀ ਗੱਲ ਆਉਂਦੀ ਆ ਕਿ ਹਰ ਇੱਕ ਵਰਡ ਟਰਾਂਸਲੇਟੇਬਲ ਨਹੀਂ ਹੁੰਦਾ, ਹਰ ਯੁੱਗ ਦੇ ਵਿੱਚ ਚੀਜ਼ਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਸਮਝਿਆ ਜਾਂਦਾ। ਪਰ ਅਗਰ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਆਪਾਂ ਦਇਆ ਤੋਂ ਹੀ ਸ਼ੁਰੂ ਕਰ ਲਈਏ, ਜਦੋਂ ਆਪਾਂ ਇਹਨਾਂ ਜਿਹੜੇ ਮੈਂਟਲ ਸਟੇਟਸ ਨੇ ਇਹਨਾਂ ਨੂੰ ਅਗਰ ਆਪਾਂ ਸਮਝੀਏ ਤਾਂ ਸਾਨੂੰ ਸਮਝ ਆਊਗੀ ਕਿ ਆਪਾਂ ਡਿਪਰੈਸ਼ਨ ਨੂੰ ਕਿੰਨੇ ਗੁਰੂ ਨਾਨਕ ਦੀ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਧਾਰ ਕੇ, ਆਪਣੇ ਬੱਚਿਆਂ ਨੂੰ ਸਿਖਾ ਕੇ ਕਿ ਗੁਰੂ ਨਾਨਕ ਦਾ ਰਸਤਾ ਇਹ ਆ, ਅਸੀਂ ਉਹਨਾਂ ਨੂੰ ਡਿਪਰੈਸ਼ਨ ਵਰਗੀਆਂ ਚੀਜ਼ਾਂ ਤੋਂ ਬਚਾ ਸਕਦੇ ਹਾਂ। ਅਸੀਂ ਉਹਨਾਂ ਨੂੰ ਮੈਂਟਲ ਹੈਲਥ ਜਿਹੜੀ ਆ ਉਹਨਾਂ ਨੂੰ ਇੱਕ ਪੋਜ਼ੀਟਿਵ ਮੈਂਟਲ ਹੈਲਥ ਦੇਣ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ। ਪਰ ਸ਼ਰਤ ਇਹ ਹੈ ਕਿ ਗੁਰੂ ਨਾਨਕ ਦੀ ਬਾਣੀ ਨੂੰ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਜਾ ਕੇ ਗੁਰੂ ਨਾਨਕ ਦੀ ਭਾਸ਼ਾ ਦੇ ਵਿੱਚ ਹੀ ਸਮਝਿਆ ਜਾ ਸਕਦਾ। ਅਗਰ ਆਪਾਂ ਇਹ ਕਹਾਂਗੇ ਕਿ ਸਾਡੇ ਬੱਚਿਆਂ ਨੂੰ ਜੀ ਪੰਜਾਬੀ ਆਉਂਦੀ ਹੋਈ ਨਹੀਂ ਤਾਂ ਫਿਰ ਠੀਕ ਆ, ਫਿਰ ਤਾਂ ਹਰ ਕਿਸੇ ਦਾ ਆਪੋ ਆਪਣਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਫਿਰ ਤਾਂ ਆਪੋ ਆਪਣੀ ਗੱਲ ਆ। ਪਰ ਕਿਉਂਕਿ ਅਸੀਂ ਕਰ ਸਕਦੇ ਹਾਂ ਔਰ ਸਾਡੇ ਕੋਲ ਇੱਕ ਸਟਰਕਚਰ ਮੌਜੂਦ ਆ ਜਿਹਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਹਰ ਤਰੀਕੇ ਦੇ ਨਾਲ ਡੀਲ ਕਰਨਾ ਦੱਸਦੇ ਆ, ਤਾਂ ਆਪਾਂ ਆਪਣੇ ਬੱਚਿਆਂ ਨੂੰ ਘੱਟੋ ਘੱਟ ਪਾਸ ਔਨ ਕਰਨ ਦੀ ਕੋਸ਼ਿਸ਼ ਤਾਂ ਕਰੀਏ। ਨਹੀਂ ਸਿੱਖਣਗੇ ਉਹਨਾਂ ਦੀ ਮਰਜ਼ੀ, ਪਰ ਕੋਸ਼ਿਸ਼ ਤਾਂ ਕਰੀਏ। ਹੁਣ ਜਦੋਂ ਕੰਟੈਂਟਮੈਂਟ ਜਾਂ ਜਿਹੜਾ ਸੰਤੋਖ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਕਰਦੇ ਨੇ, ਜੋ ਕਿ ਇੱਕ ਮੈਂਟਲ ਸਟੇਟ ਆ, ਜਿਹਨੂੰ ਅੰਗਰੇਜ਼ੀ ਦੇ ਜਿਹੜੇ ਬੁੱਧੀਜੀਵੀ ਆ ਜਾਂ ਪੋਜ਼ੀਟਿਵ ਸਾਈਕੋਲੋਜੀ ਦੇ ਜਿਹੜੇ ਲੋਕ ਨੇ, ਜਿਹੜੇ ਰਿਸਰਚਰ ਨੇ, ਉਹ ਇਹਨੂੰ ਕਹਿੰਦੇ ਨੇ ਕਿ ਇੱਕ ਸੈਟਿਸਫੈਕਸ਼ਨ ਲੈਵਲ ਦੀ ਗੱਲ ਆ, ਹੈ ਨਾ, ਦੈਟ ਕੈਨ ਬੀ ਸੀਨ। ਹੁਣ ਉਹ ਕਹਿੰਦੇ ਕਿ ਕਿਸ ਤਰੀਕੇ ਨਾਲ, ਉਹ ਕਹਿੰਦੇ ਕਿ ਦੈਟ ਕੈਨ ਬੀ ਡਰਾਨ ਫਰੋਮ ਬੀਇੰਗ ਐਟ ਈਜ਼ ਇਨ ਵਨ ਸਿਚੁਏਸ਼ਨ। ਜਦੋਂ ਕੋਈ ਬੰਦਾ ਆਪਣੀ ਸਿਚੁਏਸ਼ਨ ਦੇ ਵਿੱਚ ਈਜ਼ੀ ਹੋ ਜਾਂਦਾ ਕਿ ਜੋ ਮੇਰੇ ਕੋਲ ਹੈ ਠੀਕ ਹੈ ਨਾ, ਉਹ ਕੰਟੈਂਟਮੈਂਟ ਹੋ ਜਾਂਦੀ ਆ। ਹੁਣ ਇਹ ਗੱਲ ਹੈਗੀ ਆ ਕੰਟੈਂਟਮੈਂਟ ਇਨ ਇੰਗਲਿਸ਼, ਇਹਦੀ ਗੱਲ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ। ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ ਮਤਲਬ ਇਹ ਇੱਕ ਐਕਸਲੈਂਟ ਵੇ ਆਫ ਲਾਈਫ ਆ। ਅਗਰ ਤੁਸੀਂ ਸੱਤ ਯਾਨੀ ਕਿ ਸੱਚ, ਟਰੂਥਫੁਲ ਲਿਵਿੰਗ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਸਕਦੇ ਹਾਂ, ਸੰਤੋਖ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਸਕਦੇ ਹਾਂ, ਹੈ ਨਾ, ਆਪਣੇ ਜੀਵਨ ਦੇ ਵਿੱਚ ਇੱਕ ਪ੍ਰੈਕਟਿਸ ਦੇ ਵਿੱਚ ਇੱਕ ਲੈ ਕੇ ਆ ਸਕਦੇ ਹਾਂ ਔਰ ਦਇਆ ਨੂੰ ਲੈ ਕੇ ਆ ਸਕਦੇ ਹਾਂ, ਤਾਂ ਇੱਕ ਬੜੀ ਪੋਜ਼ੀਟਿਵ ਐਂਡ ਐਕਸਲੈਂਟ ਵੇ ਆਫ ਲਾਈਫ ਆ। ਹੁਣ ਇਹਦੇ ਵਿੱਚ ਹੀ ਜੋ ਮੈਂ ਪਹਿਲਾਂ ਕਹਿ ਹਟੀ ਕਿ ਗੁਰੂ ਨਾਨਕ ਪਾਤਸ਼ਾਹ ਨੇ, ਹੁਣ ਉਹਨਾਂ ਨੇ ਤਾਂ ਐਕਸਲੈਂਟ ਵੇ ਆਫ ਲਾਈਫ ਕਹਿ ਦਿੱਤਾ ਨਾ, ਜਾਂ ਉਹਨਾਂ ਨੇ ਕਹਿਤਾ ਇਹ ਕਰਨੀ ਸਾਰ, ਉਹਨਾਂ ਨੇ ਇਹ ਗੱਲ ਕਹਿਤੀ। ਹੁਣ ਉੱਥੇ ਉਹਨਾਂ ਡਿਪਰੈਸ਼ਨ ਦਾ ਵਰਡ ਯੂਜ਼ ਨਹੀਂ ਕੀਤਾ, ਬਟ ਅਗਰ ਆਪਾਂ ਨੂੰ ਥੋੜ੍ਹਾ ਜਿਹਾ ਇਨ ਡੈਪਥ ਜਾ ਕੇ ਸਮਝੀਏ ਜਾਂ ਸੋਚੀਏ ਤਾਂ ਸਾਨੂੰ ਸਮਝ ਆਊਗਾ ਕਿ ਅਸਲ 'ਚ ਉਹ ਮੈਂਟਲ ਹੈਲਥ ਦੀ ਹੀ ਗੱਲ ਕਰ ਰਹੇ ਆ। ਕਿਉਂਕਿ ਜਿਹੜਾ ਮੈਜੋਰਿਟੀ ਆਫ ਰਿਸਰਚਰਸ ਜਾਂ ਮੈਜੋਰਿਟੀ ਆਫ ਸਾਈਕੋਲੋਜਿਸਟ ਇਹ ਸਮਝਦੇ ਆ ਕਿ ਜਿਹੜੇ ਡਿਪਰੈਸ਼ਨ ਵਰਗੀਆਂ ਚੀਜ਼ਾਂ ਉਹ ਸਾਡੀ ਵੇ ਆਫ ਲਾਈਫ ਦੇ ਵਿੱਚੋਂ ਨਿਕਲਦੀਆਂ। ਬੇਸ਼ੱਕ ਉਹ ਸੋਸ਼ਲ ਸਟਰਕਚਰ ਦੇ ਵਿੱਚ ਸਾਡਾ ਵਿਚਰਨਾ ਹੋਵੇ, ਬੇਸ਼ੱਕ ਸਾਡੇ ਘਰ ਦਾ ਮਾਹੌਲ ਹੋਵੇ, ਬੇਸ਼ੱਕ ਸਾਡੀ ਆਪਣੀ ਜ਼ਿੰਦਗੀ ਨੂੰ ਟੈਕਲ ਕਰਨ ਦਾ ਤਰੀਕਾ ਹੋਵੇ, ਉਹ ਸਾਡੀਆਂ ਆਪਣੀਆਂ ਲਾਈਫ ਦੀਆਂ ਪ੍ਰੋਬਲਮਸ ਦੇ ਵਿੱਚੋਂ ਨਿਕਲ ਕੇ ਆਉਂਦੀ, ਜਾਂ ਸਾਡੀ ਲਾਈਫ ਦਾ ਵੇ ਆਫ ਲਾਈਫ ਜਿਹੜੀ ਆ ਉਹਦੇ ਵਿੱਚੋਂ ਨਿਕਲ ਕੇ ਆਉਂਦੀ ਆ। ਹੁਣ
ਇਸ ਵੇ ਆਫ ਲਾਈਫ ਨੂੰ ਗੁਰੂ ਨਾਨਕ ਕਹਿੰਦੇ ਨੇ ਕਿ ਤੁਹਾਡੀ ਕਿਹੜੀ ਵੇ ਆਫ ਲਾਈਫ ਵਧੀਆ ਹੈ, ਉਹ ਹੈ ਕਿ ਜੇ ਤੁਹਾਡੇ ਅੰਦਰ ਦਇਆ ਹੈ, ਤੁਹਾਡੇ ਅੰਦਰ ਸੱਚਾਈ ਹੈ ਔਰ ਤੁਹਾਡੇ ਅੰਦਰ ਸੰਤੋਖ ਹੈ। ਹੁਣ ਅਗਰ ਤੁਸੀਂ ਕਾਈਂਡ ਹੋ, ਅਗਰ ਤੁਸੀਂ ਕੰਪੈਸ਼ਨੇਟ ਹੋ, ਤੁਹਾਨੂੰ ਕਿਸੇ ਦੀ ਪੀੜ ਦੇ ਨਾਲ ਵੀ ਪੀੜ ਹੁੰਦੀ ਆ, ਤਾਂ ਤੁਸੀਂ ਕਦੀ ਕਿਸੇ ਉੱਤੇ ਗਲਤ ਨਹੀਂ ਕਰ ਸਕਦੇ। ਔਰ ਅਗਰ ਤੁਸੀਂ ਸੱਚ ਦੇ ਮਾਰਗ 'ਤੇ ਚੱਲਦੇ ਹੋ ਤਾਂ ਤੁਹਾਡੇ ਅੰਦਰ ਗਿਲਟ ਨਹੀਂ ਆ ਸਕਦੀ, ਤੁਹਾਨੂੰ ਕਦੀ ਵੀ ਇਹ ਗਿਲਟ ਨਹੀਂ ਹੋ ਸਕਦੀ ਕਿ ਮੈਂ ਆਹ ਕੰਮ ਗਲਤ ਕੀਤਾ। ਕਿਉਂਕਿ ਆਪਾਂ ਜਿੰਨਾ ਮਰਜ਼ੀ ਕਰੀ ਜਾਈਏ, ਅਸੀਂ ਜਿੰਨੇ ਮਰਜ਼ੀ ਇਹ ਕਹਿ ਲਈਏ ਨਾ ਕਿ ਆਪਾਂ ਬਹੁਤ ਬੁਰੇ ਇਨਸਾਨ ਵੀ ਹੋਈਏ, ਫਿਰ ਵੀ ਸਾਡੀ ਕੌਨਸ਼ੀਅਸ ਕਿਤੇ ਨਾ ਕਿਤੇ ਸਾਨੂੰ ਬੋਲਦੀ ਰਹਿੰਦੀ ਹੈ ਕਿ ਤੂੰ ਗਲਤ